ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਅੱਜ ਮਿਤੀ 15 ਜੂਨ ਨੂੰ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਹੇ ਹਾਂ। ਹੁਣ ਤੁਸੀਂ ਸੁਣ ਰਹੇ ਹੋ ਕਿ ਸਰਦਾਰ ਸੁਖਬੀਰ ਸਿੰਘ ਜੀ ਇਹਨਾਂ ਦਾ ਇੱਕ ਪ੍ਰੋਗਰਾਮ ਰਹਿ ਗਿਆ ਕਿ ਸਿਮਰਨਜੀਤ ਸਿੰਘ ਮਾਨ ਨੂੰ ਭੰਡਣ ਕਰਨਾ ਹੈਗਾ। ਆ ਤੁਸੀਂ ਸੁਣ ਲਓ ਕੀ ਕਹਿ ਰਹੇ ਆ। ਇਹ ਮੇਰੇ ਘਰੇ ਆਏ, ਮੈਂ ਇਹਨਾਂ ਦੀ ਤੇ ਚੰਦੂ ਮਾਜਰਾ ਜੀ ਦੀ SCGPC ਦੇ ਪ੍ਰਧਾਨ ਦੀ ਭੁੰਦੜ ਸਾਹਿਬ ਦੀ ਪੂਰੀ ਇੱਜ਼ਤ ਕੀਤੀ। ਇਹਨਾਂ ਦਾ ਜਿਵੇਂ ਇਹਨਾਂ ਦਾ ਪਾਲਣ ਹੋਇਆ ਉਸੇ ਤਰ੍ਹਾਂ ਇਹਨਾਂ ਨੂੰ ਵਧੀਆ ਸੈਂਡਵਿਚਸ ਦਿੱਤੇ, ਕੋਕੋ ਕੋਲਾ ਦਿੱਤੀ। ਪਰ ਸਿਰਫ ਸਾਡੀ ਲੜਾਈ ਪੰਥ ਦੀ ਦਿੱਲੀ ਦੇ ਨਾਲ ਹੈ, ਕਾਂਗਰਸ ਦੇ ਨਾਲ ਹੈ, BJP ਦੇ ਨਾਲ ਹੈ, ਆਮ ਆਦਮੀ ਪਾਰਟੀ ਦੇ ਨਾਲ ਹੈ, ਤੇ ਸਿਰਫ ਸਿਮਰਨਜੀਤ ਸਿੰਘ ਮਾਨ ਨੂੰ ਭੰਡੀ ਜਾਂਦੇ ਹੈ। ਹੁਣ ਇਹ ਟਾਈਮ ਹੈ ਸਰਦਾਰ ਸੁਖਬੀਰ ਸਿੰਘ ਦਾ ਕਿ ਮੇਰੇ ਮਗਰ ਚੜ ਕੇ ਮੈਨੂੰ ਹਰਾ ਕੇ ਤੇ ਫਿਰ ਤੁਸੀਂ ਆਮ ਪਾਰਟੀ ਜਾਂ ਕਾਂਗਰਸ ਜਾਂ BJP ਨੂੰ ਜਿਤਾਉਣਾ ਚਾਹੁੰਦੇ ਹੋ। ਦੂਸਰੀ ਗੱਲ ਹੈ ਕਿ ਤੁਹਾਡੇ ਬਾਪੂ ਜੀ ਪ੍ਰਕਾਸ਼ ਸਿੰਘ ਬਾਦਲ ਸਖਤ ਬਿਮਾਰ ਹੈ, PGI ਤੋਂ ਤਬਦੀਲ ਹੋ ਕੇ ਇੱਕ ਨਵੇਂ ਹਸਪੀਟਲ 'ਚ ਦਾਖਲ ਹੋਏ ਹੈ। ਪੁੱਤ ਦਾ ਮਤਲਬ ਹੁੰਦਾ ਹੈ ਕਿ ਮੈਂ ਜਦੋਂ ਮੇਰਾ ਬਜ਼ੁਰਗ ਬਹੁਤ ਬਿਰਧ ਹੋ ਜੇ ਉਹਦੇ ਸਰਾਣੇ ਬੈਠਾਂ, ਉਹਦੇ ਪੈਰ ਘੁੱਟਾਂ, ਉਹਦੀ ਗੱਲ ਸੁਣਾ। ਤੁਸੀਂ ਸਿਰਫ ਤੇ ਸਿਰਫ ਸਿਮਰਨਜੀਤ ਸਿੰਘ ਮਾਨ ਦੇ ਮਗਰ ਪੈ ਗਏ ਹੋ। ਹੁਣ ਕੋਈ ਵੀ ਬੰਦੀ ਸਿੰਘ ਨੇ ਤੁਹਾਡੇ ਕੈਂਡੀਡੇਟ ਦੀ ਸਪੋਰਟ ਨਹੀਂ ਕਰ ਰਿਹਾ। ਬੰਦੀ ਸਿੰਘਾਂ ਦੀ ਤੁਸੀਂ ਗੱਲ ਕਰ ਰਹੇ ਹੋ। ਬੰਦੀ ਸਿੰਘ ਤਾਂ ਤੁਸੀਂ ਬਣਾਏ ਹੈ ਬਲੂ ਸਟਾਰ ਦੇ, ਤੁਹਾਡੇ ਪਾਪਾ ਜੀ ਨੇ ਪੂਰੀ ਸਪੋਰਟ ਇੰਦਰਾ ਗਾਂਧੀ ਦੀ ਕਰਕੇ ਬਲੂ ਸਟਾਰ ਕਰਾਇਆ। ਉਦੋਂ ਬਾਅਦ ਤੁਹਾਡੀਆਂ ਸਰਕਾਰਾਂ ਰਹੀਆਂ। ਤੁਸੀਂ ਮੈਨੂੰ ਆਪ ਜੇਲ੍ਹ ਦੇ ਵਿੱਚ ਇੰਨੀ ਵਾਰੀ ਦਿੱਤਾ। ਸੁਖਬੀਰ ਸਿੰਘ ਜੀ ਰਾਤ ਦੇ 2 ਵਜੇ ਮੇਰੇ ਘਰ ਅੰਮ੍ਰਿਤਸਰ ਮੈਨੂੰ ਬਿਸਤਰੇ ਤੋਂ ਉਠਾ ਕੇ ਤਕੜੇ ਸਿਪਾਹੀ ਜਿਨ੍ਹਾਂ ਦੇ ਮੂੰਹ ਦੇ ਵਿੱਚੋਂ ਸ਼ਰਾਬ ਦੀ ਬੋ ਆਈ ਸੀ ਮੈਨੂੰ ਚੱਕ ਕੇ ਲੈ ਗਏ। ਤੁਸੀਂ ਦੱਸੋ ਕਿ ਮੈਂ ਤੁਹਾਡਾ ਕਦੇ ਕੀਤਾ ਕੀ ਹੈ, ਕੀ ਨੁਕਸਾਨ ਕੀਤਾ ਕਿ ਤੁਸੀਂ ਸਿਰਫ ਉਸ ਬੰਦੇ ਦੇ ਵੈਰ ਪਏ ਹੋਏ ਹੋ ਜਿਸ ਨੇ ਸਾਰੀ ਜ਼ਿੰਦਗੀ ਪੰਥ ਦੀ ਸੇਵਾ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੋਚ ਨੂੰ ਅੱਗੇ ਲੈ ਕੇ ਮੈਂ ਜਾ ਰਿਹਾ ਹਾਂ। ਤੇ ਮੇਰੇ ਕੋਲੇ ਕੋਈ ਗਨਮੈਨ ਨਹੀਂ ਹੈ, ਤੁਹਾਡੇ ਕੋਲੇ SP ਰੈਂਕ ਦਾ ਅਫਸਰ ਹੈ, ਤੁਹਾਡੇ ਕੋਲੇ ਸੈਂਟਰ ਦੀ ਸਿਕਿਉਰਿਟੀ ਹੈ। ਤਾਂ ਮੇਰਾ ਕਹਿਣ ਦਾ ਮਤਲਬ ਇਹ ਸਾਰਾ ਕੁਝ ਹੀ ਹੈ ਨਾ, ਕਿਉਂ ਕਰਕੇ ਤੁਸੀਂ ਪੰਥਕ ਹੈ ਨਹੀਂ ਗਏ ਤੇ ਤੁਸੀਂ ਪੰਥ ਦੇ ਖਿਲਾਫ ਕੰਮ ਕੀਤੇ ਹੈਗੇ ਹੈ। ਕਿਸਾਨਾਂ ਦੇ ਵੀ ਜਿਹੜੇ ਕਾਨੂੰਨ ਸੀਗੇ ਉਹ ਵੀ ਮੋਦੀ ਦੇ ਨਾਲ ਤੁਸੀਂ ਸਹਿਮਤ ਹੋ ਕੇ ਪਾਰਲੀਮੈਂਟ ਦੇ ਵਿੱਚ ਉਹਦੇ ਹੱਕ ਦੇ ਵਿੱਚ ਵੋਟਾਂ ਪਾਈਆਂ। ਤੁਸੀਂ ਸਾਰਾ ਕੁਝ ਕੀਤਾ ਹੈਗਾ ਤੇ ਮੈਨੂੰ ਭੰਡਣ ਦਾ ਪ੍ਰੋਗਰਾਮ ਇੱਕ ਤੁਹਾਡਾ ਬਣ ਚੁੱਕਿਆ। ਹੁਣ ਪਾਪਾ ਜੀ ਦੀ ਸੇਵਾ ਕਰੋ ਜਿਨ੍ਹਾਂ ਨੇ ਤੁਹਾਨੂੰ ਸਾਰਾ ਕੁਝ, ਤੁਸੀਂ ਲਾਇਕ ਹੈ ਨਹੀਂ ਸੀਗੇ ਇਸ ਅਹੁਦੇ ਦੇ, ਛੱਤ ਪਾੜ ਕੇ ਸਾਰਾ ਕੁਝ ਤੁਹਾਨੂੰ ਸੰਭਾਲਤਾ। ਸੀਨੀਅਰ ਲੀਡਰਸ ਢੀਂਡਸਾ ਸਾਹਿਬ ਸੀ, ਭੁੰਦੜ ਸਾਹਿਬ ਸੀ, ਹੋਰ ਵੀ ਸੀਗੇ, ਉਹਨਾਂ ਦੇ ਹੱਥ ਤੱਕ ਕਮਾਂਡ ਆਪਣੀ ਬਾਦਲ ਦਲ ਦਾ ਨਹੀਂ ਦਿੱਤਾ। ਤੁਸੀਂ ਟੈਣੇ ਦੇ ਬੰਦੇ ਹੈਗੇ ਹੋ, ਤੁਹਾਡਾ ਕੱਦ ਛੋਟਾ ਹੈ, ਤੁਹਾਡਾ ਮੋਟਾ ਢਿੱਡ ਹੋ ਗਿਆ ਤੇ ਮੇਰਾ ਮਤਲਬ ਦਿਮਾਗ ਦੇ ਵਿੱਚ ਤੁਹਾਡਾ ਕੁਛ ਗ੍ਰੇ ਮੈਟਰ ਹੈ ਨਹੀਂ। ਤੁਸੀਂ ਚੰਗੇ ਸਕੂਲ 'ਚ ਪੜ੍ਹੇ ਹੋ, ਫਿਰ ਪਾਪਾ ਜੀ ਨੇ ਤੁਹਾਨੂੰ ਅਮਰੀਕਾ ਭੇਜਿਆ, ਉੱਥੋਂ ਮੌਜ ਮੇਲਾ ਕਰਕੇ ਆ ਗਏ ਹੋ। ਕੋਈ ਤੁਹਾਡੇ ਕੋਲ ਡਿਗਰੀ ਹੈ ਨਹੀਂ ਗੀ, ਪਰ ਇੱਕੋ ਹੀ ਨੁਕਤਾ ਤੁਹਾਨੂੰ ਕਿ ਸਿਮਰਨਜੀਤ ਸਿੰਘ ਮਾਨ ਨੂੰ ਲੰਬਰਦਾਰੀ ਨਹੀਂ ਦੇਣੀ ਪਿੰਡ ਦੀ, ਤੇ ਸਾਰਾ ਪਿੰਡ ਮਰ ਜੇ ਪਰ ਸਿਮਰਨਜੀਤ ਸਿੰਘ ਮਾਨ ਨੂੰ ਲੰਬਰਦਾਰੀ ਨਹੀਂ ਦੇਣੀ। ਹੁਣ ਦੱਸੋ ਆਹ ਕੋਈ ਸਿਆਸਤ ਹੈ? ਸਾਡੇ ਸਿਰ ਦੇ ਉੱਤੇ ਕਾਂਗਰਸ ਹੈ, BJP ਹੈ, ਆਮ ਆਦਮੀ ਪਾਰਟੀ ਹੈ,
ਹਿੰਦੂਤਵ ਹੈਗੀ ਹੈ, RSS ਹੈ ਜਿਹੜਾ ਸਾਨੂੰ ਹੜੱਪ ਸਾਡੇ ਮਜ਼ਹਬ ਨੂੰ ਕਰਨਾ ਚਾਹੁੰਦੇ ਹੈ। ਮੁਸਲਮਾਨਾਂ ਦੇ ਉੱਤੇ ਕਿੰਨਾ ਅਟੈਕ ਹੋ ਰਿਹਾ ਹੈ, ਉਹਨਾਂ ਦੇ ਘਰਾਂ ਦੇ ਉੱਤੇ ਬੁਲਡੋਜ਼ਰ ਫੇਰੀ ਜਾ ਰਹੇ ਹੈ। ਕਸ਼ਮੀਰ ਦੇ ਵਿੱਚ ਰੋਜ਼ 8-10 ਮੁਸਲਮਾਨ ਫੌਜ ਮੌਤ ਦੇ ਘਾਟ ਉਤਾਰ ਦਿੰਦੀ ਹੈ। ਇਹਨਾਂ ਦੀ ਬਬਰੀ ਮਸਜਿਦ ਢਾਹ ਕੇ ਰਾਮ ਮੰਦਿਰ ਬਣਾਤਾ ਹੈ। ਤੁਸੀਂ ਉਸ ਵੇਲੇ ਪਾਰਲੀਮੈਂਟ ਦੇ ਵਿੱਚ ਸੀਗੇ, ਗੋਗੋਈ ਸਾਹਿਬ ਨੂੰ ਪਾਰਲੀਮੈਂਟ ਦਾ ਮੈਂਬਰ ਬਣਾਤਾ, ਜਿਨ੍ਹਾਂ ਨੇ ਬਤੌਰ ਚੀਫ ਜਸਟਿਸ ਹੁੰਦਿਆਂ ਮੁਸਲਮਾਨਾਂ ਦੀ ਬਬਰੀ ਮਸਜਿਦ ਦਾ ਫੈਸਲਾ ਕਰਤਾ ਕਿ ਹਿੰਦੂਆਂ ਦਾ ਮੰਦਿਰ ਹੈ। ਤੁਸੀਂ ਕਦੇ ਵੀ ਕਿਸੇ ਘੱਟ ਗਿਣਤੀ ਦੇ ਲਈ ਖੜੇ ਨਹੀਂ ਹੁੰਦੇ, ਨਾ ਤੁਸੀਂ ਸਿੱਖਾਂ ਦੇ ਲਈ ਖੜੇ ਹੁੰਦੇ ਹੋ। ਕਿਹਦੇ ਲਈ ਖੜੇ ਹੁੰਦੇ ਹੋ ਸਾਨੂੰ ਦੱਸੋ ਤਾਂ ਸਹੀ। ਮੇਰਾ ਕਹਿਣ ਦਾ ਮਤਲਬ ਹੈ ਘਰ ਹੀ ਪੂਰਾ ਕਰੀ ਜਾਣਾ, ਹੋਟਲ ਬਣਾਈ ਜਾਣੇ, ਪ੍ਰਾਪਰਟੀ ਬਣਾਈ ਜਾਣੀ। ਮੇਰਾ ਮਤਲਬ ਅੱਗੇ ਜਾ ਕੇ ਕੀ ਤੁਸੀਂ ਲੇਖਾ ਦੋਗੇ ਰੱਬ ਨੂੰ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ? ਤੁਹਾਡੇ ਪਾਪਾ ਜੀ, ਉਹਨਾਂ ਦੀ ਛਾਤੀ ਦੇ ਵਿੱਚ ਬਹੁਤ ਭਾਰੀ ਨੁਕਸ ਹੈ, ਉਹਨਾਂ ਨੂੰ ਸਾਹ ਬਹੁਤ ਮੁਸ਼ਕਲ ਆਉਂਦਾ ਹੈ, ਤੇ ਤੁਸੀਂ ਪਾਪਾ ਜੀ ਦੀ ਸੇਵਾ ਕਰੋ, ਉੱਥੇ ਜਾ ਕੇ ਲੱਤਾਂ ਕੁੱਟੋ। ਕਿਉਂ ਕਰਕੇ ਜਿਹੜਾ ਬਾਪ ਹੁੰਦਾ ਹੈ ਬਾਦਲ ਸਾਹਿਬ ਵਰਗਾ, ਜਦੋਂ ਉਹ ਆਪਣਾ ਇਕਲੌਤਾ ਪੁੱਤ ਦੇਖਦਾ ਤਾਂ ਮੈਂ ਹੁਣ ਕਹਿਣਾ ਤਾਂ ਨਹੀਂ ਚਾਹੁੰਦਾ, ਇਹੋ ਜਿਹੀਆਂ ਸ਼ਖਸੀਅਤਾਂ ਦੇ ਛਾਤੀ ਦੇ ਵਿੱਚ ਵੀ ਦੁੱਧ ਭਰਿਆ ਹੁੰਦਾ ਹੈ ਜਦੋਂ ਆਪਣੇ ਇਕਲੌਤੇ ਬੇਟੇ ਨੂੰ ਦੇਖਦੇ ਆ। ਜਾਓ ਜਾ ਕੇ ਹਸਪੀਟਲ ਉਹਨਾਂ ਦੀ ਸੇਵਾ ਕਰੋ, ਲੱਤਾਂ ਕੁੱਟੋ। ਕਿਉਂ ਮੇਰੇ ਮਗਰ ਪਏ ਹੋਏ ਹੋ? ਮੈਂ ਤਾਂ ਚੱਲੀ ਜਾਣਾ। ਅੱਛਾ, ਜੇ ਮੈਂ ਹਾਰ ਵੀ ਗਿਆ ਫਿਰ ਮੈਨੂੰ ਤਾਂ ਕੋਈ ਫਰਕ ਨਹੀਂ ਪੈਣਾ ਹੈਗਾ। ਉਹ ਤਾਂ ਸਿੱਖ ਕੌਮ ਦੀ ਜਿਹੜੀ ਸੋਚ ਹੈ ਉਹਨੂੰ ਫਰਕ ਪਊਗਾ, ਮੈਨੂੰ ਕੀ ਫਰਕ ਹੈ? ਅਗਲਾ ਇਲੈਕਸ਼ਨ ਆਊਗਾ ਮੈਂ ਫੇਰ ਹਾਜ਼ਰ ਹੋਊਂਗਾ ਸਿੱਖ ਕੌਮ ਦੇ ਲਈ। ਮੈਂ ਤਾਂ ਲੜੀ ਜਾਣਾ ਸਿੱਖ ਕੌਮ ਦੇ ਲਈ। ਤੁਸੀਂ ਹਮੇਸ਼ਾ ਹੀ ਇਹ ਮੇਰੇ ਮਗਰ ਪਏ ਰਹੋਗੇ? ਨਹੀਂ, ਹੁਣ ਤੁਸੀਂ ਬਾਪੂ ਜੀ ਦੀ ਸੇਵਾ ਕਰੋ, ਉਹਨਾਂ ਦੇ ਚਰਨਾਂ ਦੇ ਵਿੱਚ ਬੈਠੋ ਜਾ ਕੇ, ਉਹਨਾਂ ਦੀ ਛਾਤੀ ਦੇ ਵਿੱਚ ਤੁਹਾਨੂੰ ਦੇਖ ਕੇ ਦੇਖੋ ਮੁਸਕਰਾਉਣਗੇ, ਉਹਨਾਂ ਦੀ ਛਾਤੀ ਦੇ ਵਿੱਚ ਦੁੱਧ ਆ ਜਾਊਗਾ ਤੇ ਕਿੰਨੀ ਖੁਸ਼ੀ ਹੋਊਗੀ। ਹੁਣ ਮੇਰੀ ਮਗਰ ਨਾ ਪਾਓ, ਬਾਪੂ ਜੀ ਦੀ ਸੇਵਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਅੱਜ ਮਿਤੀ 15 ਜੂਨ ਨੂੰ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਹੇ ਹਾਂ। ਹੁਣ ਤੁਸੀਂ ਸੁਣ ਰਹੇ ਹੋ ਕਿ ਸਰਦਾਰ ਸੁਖਬੀਰ ਸਿੰਘ ਜੀ, ਇਹਨਾਂ ਦਾ ਇੱਕ ਪ੍ਰੋਗਰਾਮ ਰਹਿ ਗਿਆ ਕਿ ਸਿਮਰਨਜੀਤ ਸਿੰਘ ਮਾਨ ਨੂੰ ਭੰਡਣ ਕਰਨਾ ਹੈਗਾ। ਆ ਤੁਸੀਂ ਸੁਣ ਲਓ ਕੀ ਕਹਿ ਰਹੇ ਆ। ਇਹ ਮੇਰੇ ਘਰੇ ਆਏ, ਮੈਂ ਇਹਨਾਂ ਦੀ ਤੇ ਚੰਦੂ ਮਾਜਰਾ ਜੀ ਦੀ, SCGPC ਦੇ ਪ੍ਰਧਾਨ ਦੀ, ਭੁੰਦੜ ਸਾਹਿਬ ਦੀ ਪੂਰੀ ਇੱਜ਼ਤ ਕੀਤੀ। ਇਹਨਾਂ ਦਾ ਜਿਵੇਂ ਇਹਨਾਂ ਦਾ ਪਾਲਣ ਹੋਇਆ ਉਸੇ ਤਰ੍ਹਾਂ ਇਹਨਾਂ ਨੂੰ ਵਧੀਆ ਸੈਂਡਵਿਚਸ ਦਿੱਤੇ, ਕੋਕੋ ਕੋਲਾ ਦਿੱਤੀ। ਪਰ ਸਿਰਫ ਸਾਡੀ ਲੜਾਈ ਪੰਥ ਦੀ ਦਿੱਲੀ ਦੇ ਨਾਲ ਹੈ, ਕਾਂਗਰਸ ਦੇ ਨਾਲ ਹੈ, BJP ਦੇ ਨਾਲ ਹੈ, ਆਮ ਆਦਮੀ ਪਾਰਟੀ ਦੇ ਨਾਲ ਹੈ, ਤੇ ਸਿਰਫ ਸਿਮਰਨਜੀਤ ਸਿੰਘ ਮਾਨ ਨੂੰ ਭੰਡੀ ਜਾਂਦੇ ਹੈ। ਹੁਣ ਇਹ ਟਾਈਮ ਹੈ ਸਰਦਾਰ ਸੁਖਬੀਰ ਸਿੰਘ ਦਾ ਕਿ ਮੇਰੇ ਮਗਰ ਚੜ ਕੇ ਮੈਨੂੰ ਹਰਾ ਕੇ ਤੇ ਫਿਰ ਤੁਸੀਂ ਆਮ ਪਾਰਟੀ ਜਾਂ ਕਾਂਗਰਸ ਜਾਂ BJP ਨੂੰ ਜਿਤਾਉਣਾ ਚਾਹੁੰਦੇ ਹੋ। ਦੂਸਰੀ ਗੱਲ ਹੈ ਕਿ ਤੁਹਾਡੇ ਬਾਪੂ ਜੀ ਪ੍ਰਕਾਸ਼ ਸਿੰਘ ਬਾਦਲ ਸਖਤ ਬਿਮਾਰ ਹੈ, PGI ਤੋਂ ਤਬਦੀਲ ਹੋ ਕੇ ਇੱਕ ਨਵੇਂ ਹਸਪੀਟਲ 'ਚ ਦਾਖਲ ਹੋਏ ਹੈ। ਪੁੱਤ ਦਾ ਮਤਲਬ ਹੁੰਦਾ ਹੈ ਕਿ ਮੈਂ ਜਦੋਂ ਮੇਰਾ ਬਜ਼ੁਰਗ ਬਹੁਤ ਬਿਰਧ ਹੋ ਜੇ ਉਹਦੇ ਸਰਾਣੇ ਬੈਠਾਂ, ਉਹਦੇ ਪੈਰ ਘੁੱਟਾਂ, ਉਹਦੀ ਗੱਲ ਸੁਣਾ। ਤੁਸੀਂ ਸਿਰਫ ਤੇ ਸਿਰਫ ਸਿਮਰਨਜੀਤ ਸਿੰਘ ਮਾਨ ਦੇ ਮਗਰ ਪੈ ਗਏ ਹੋ। ਹੁਣ ਕੋਈ ਵੀ ਬੰਦੀ ਸਿੰਘ ਨੇ ਤੁਹਾਡੇ ਕੈਂਡੀਡੇਟ ਦੀ ਸਪੋਰਟ ਨਹੀਂ ਕਰ ਰਿਹਾ। ਬੰਦੀ ਸਿੰਘਾਂ ਦੀ ਤੁਸੀਂ ਗੱਲ ਕਰ ਰਹੇ ਹੋ। ਬੰਦੀ ਸਿੰਘ ਤਾਂ ਤੁਸੀਂ ਬਣਾਏ ਹੈ ਬਲੂ ਸਟਾਰ ਦੇ, ਤੁਹਾਡੇ ਪਾਪਾ ਜੀ ਨੇ ਪੂਰੀ ਸਪੋਰਟ ਇੰਦਰਾ ਗਾਂਧੀ ਦੀ ਕਰਕੇ ਬਲੂ ਸਟਾਰ ਕਰਾਇਆ।
ਉਦੋਂ ਬਾਅਦ ਤੁਹਾਡੀਆਂ ਸਰਕਾਰਾਂ ਰਹੀਆਂ, ਤੁਸੀਂ ਮੈਨੂੰ ਆਪ ਜੇਲ੍ਹ ਦੇ ਵਿੱਚ ਇੰਨੀ ਵਾਰੀ ਦਿੱਤਾ। ਸੁਖਬੀਰ ਸਿੰਘ ਜੀ ਰਾਤ ਦੇ 2 ਵਜੇ ਮੇਰੇ ਘਰ ਅੰਮ੍ਰਿਤਸਰ ਮੈਨੂੰ ਬਿਸਤਰੇ ਤੋਂ ਉਠਾ ਕੇ ਤਕੜੇ ਤਕੜੇ ਸਿਪਾਹੀ ਜਿਨ੍ਹਾਂ ਦੇ ਮੂੰਹ ਦੇ ਵਿੱਚੋਂ ਸ਼ਰਾਬ ਦੀ ਬੋ ਆਈ ਸੀ ਮੈਨੂੰ ਚੱਕ ਕੇ ਲੈ ਗਏ। ਤੁਸੀਂ ਦੱਸੋ ਕਿ ਮੈਂ ਤੁਹਾਡਾ ਕਦੇ ਕੀਤਾ ਕੀ ਹੈ, ਕੀ ਨੁਕਸਾਨ ਕੀਤਾ ਕਿ ਤੁਸੀਂ ਸਿਰਫ ਉਸ ਬੰਦੇ ਦੇ ਵੈਰ ਪਏ ਹੋਏ ਹੋ ਜਿਸ ਨੇ ਸਾਰੀ ਜ਼ਿੰਦਗੀ ਪੰਥ ਦੀ ਸੇਵਾ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੋਚ ਨੂੰ ਅੱਗੇ ਲੈ ਕੇ ਮੈਂ ਜਾ ਰਿਹਾ ਹਾਂ। ਤੇ ਮੇਰੇ ਕੋਲੇ ਕੋਈ ਗਨਮੈਨ ਨਹੀਂ ਹੈ, ਤੁਹਾਡੇ ਕੋਲੇ ਐਸਪੀ ਰੈਂਕ ਦਾ ਅਫਸਰ ਹੈ, ਤੁਹਾਡੇ ਕੋਲੇ ਸੈਂਟਰ ਦੀ ਸਿਕਿਉਰਿਟੀ ਹੈ। ਤਾਂ ਮੇਰਾ ਕਹਿਣ ਦਾ ਮਤਲਬ ਇਹ ਸਾਰਾ ਕੁਝ ਹੀ ਹੈ ਨਾ, ਕਿਉਂ ਕਰਕੇ ਤੁਸੀਂ ਪੰਥਕ ਹੈ ਨਹੀਂ ਗਏ ਤੇ ਤੁਸੀਂ ਪੰਥ ਦੇ ਖਿਲਾਫ ਕੰਮ ਕੀਤੇ ਹੈਗੇ ਹੈ। ਕਿਸਾਨਾਂ ਦੇ ਵੀ ਜਿਹੜੇ ਕਾਨੂੰਨ ਸੀਗੇ ਉਹ ਵੀ ਮੋਦੀ ਦੇ ਨਾਲ ਤੁਸੀਂ ਸਹਿਮਤ ਹੋ ਕੇ ਪਾਰਲੀਮੈਂਟ ਦੇ ਵਿੱਚ ਉਹਦੇ ਹੱਕ ਦੇ ਵਿੱਚ ਵੋਟਾਂ ਪਾਈਆਂ। ਤੁਸੀਂ ਸਾਰਾ ਕੁਝ ਕੀਤਾ ਹੈਗਾ ਤੇ ਮੈਨੂੰ ਭੰਡਣ ਦਾ ਪ੍ਰੋਗਰਾਮ ਇੱਕ ਤੁਹਾਡਾ ਬਣ ਚੁੱਕਿਆ। ਹੁਣ ਪਾਪਾ ਜੀ ਦੀ ਸੇਵਾ ਕਰੋ, ਜਿਨ੍ਹਾਂ ਨੇ ਤੁਹਾਨੂੰ ਸਾਰਾ ਕੁਝ, ਤੁਸੀਂ ਲਾਇਕ ਹੈ ਨਹੀਂ ਸੀਗੇ ਇਸ ਅਹੁਦੇ ਦੇ, ਛੱਤ ਪਾੜ ਕੇ ਸਾਰਾ ਕੁਝ ਤੁਹਾਨੂੰ ਸੰਭਾਲਤਾ। ਸੀਨੀਅਰ ਲੀਡਰਸ ਢੀਂਡਸਾ ਸਾਹਿਬ ਸੀ, ਭੁੰਦੜ ਸਾਹਿਬ ਸੀ, ਹੋਰ ਵੀ ਸੀਗੇ, ਉਹਨਾਂ ਦੇ ਹੱਥ ਤੱਕ ਕਮਾਂਡ ਆਪਣੀ ਬਾਦਲ ਦਲ ਦਾ ਨਹੀਂ ਦਿੱਤਾ। ਤੁਸੀਂ ਟੈਣੇ ਦੇ ਬੰਦੇ ਹੈਗੇ ਹੋ, ਤੁਹਾਡਾ ਕੱਦ ਛੋਟਾ ਹੈ, ਤੁਹਾਡਾ ਮੋਟਾ ਢਿੱਡ ਹੋ ਗਿਆ ਤੇ ਮੇਰਾ ਮਤਲਬ ਦਿਮਾਗ ਦੇ ਵਿੱਚ ਤੁਹਾਡਾ ਕੁਛ ਗ੍ਰੇ ਮੈਟਰ ਹੈ ਨਹੀਂ। ਤੁਸੀਂ ਚੰਗੇ ਸਕੂਲ 'ਚ ਪੜ੍ਹੇ ਹੋ, ਫਿਰ ਪਾਪਾ ਜੀ ਨੇ ਤੁਹਾਨੂੰ ਅਮਰੀਕਾ ਭੇਜਿਆ, ਉੱਥੋਂ ਮੌਜ ਮੇਲਾ ਕਰਕੇ ਆ ਗਏ ਹੋ। ਕੋਈ ਤੁਹਾਡੇ ਕੋਲ ਡਿਗਰੀ ਹੈ ਨਹੀਂ ਗੀ, ਪਰ ਇੱਕੋ ਹੀ ਨੁਕਤਾ ਤੁਹਾਨੂੰ ਕਿ ਸਿਮਰਨਜੀਤ ਸਿੰਘ ਮਾਨ ਨੂੰ ਲੰਬਰਦਾਰੀ ਨਹੀਂ ਦੇਣੀ ਪਿੰਡ ਦੀ, ਤੇ ਸਾਰਾ ਪਿੰਡ ਮਰ ਜੇ ਪਰ ਸਿਮਰਨਜੀਤ ਸਿੰਘ ਮਾਨ ਨੂੰ ਲੰਬਰਦਾਰੀ ਨਹੀਂ ਦੇਣੀ। ਹੁਣ ਦੱਸੋ ਆਹ ਕੋਈ ਸਿਆਸਤ ਹੈ? ਸਾਡੇ ਸਿਰ ਦੇ ਉੱਤੇ ਕਾਂਗਰਸ ਹੈ, ਬੀਜੇਪੀ ਹੈ, ਆਮ ਆਦਮੀ ਪਾਰਟੀ ਹੈ, ਹਿੰਦੂਤਵਾ ਹੈਗੀ ਹੈ, RSS ਹੈ, ਜਿਹੜਾ ਸਾਨੂੰ ਹੜੱਪ ਸਾਡੇ ਮਜ਼ਹਬ ਨੂੰ ਕਰਨਾ ਚਾਹੁੰਦੇ ਹੈ। ਮੁਸਲਮਾਨਾਂ ਦੇ ਉੱਤੇ ਕਿੰਨਾ ਅਟੈਕ ਹੋ ਰਿਹਾ ਹੈ, ਉਹਨਾਂ ਦੇ ਘਰਾਂ ਦੇ ਉੱਤੇ ਬੁਲਡੋਜ਼ਰ ਫੇਰੀ ਜਾ ਰਹੇ ਹੈ। ਕਸ਼ਮੀਰ ਦੇ ਵਿੱਚ ਰੋਜ਼ 8-10 ਮੁਸਲਮਾਨ ਫੌਜ ਮੌਤ ਦੇ ਘਾਟ ਉਤਾਰ ਦਿੰਦੀ ਹੈ। ਇਹਨਾਂ ਦੀ ਬਬਰੀ ਮਸਜਿਦ ਢਾਹ ਕੇ ਰਾਮ ਮੰਦਿਰ ਬਣਾਤਾ ਹੈ। ਤੁਸੀਂ ਉਸ ਵੇਲੇ ਪਾਰਲੀਮੈਂਟ ਦੇ ਵਿੱਚ ਸੀਗੇ, ਗੋਗੋਈ ਸਾਹਿਬ ਨੂੰ ਪਾਰਲੀਮੈਂਟ ਦਾ ਮੈਂਬਰ ਬਣਾਤਾ, ਜਿਨ੍ਹਾਂ ਨੇ ਬਤੌਰ ਚੀਫ ਜਸਟਿਸ ਹੁੰਦਿਆਂ ਮੁਸਲਮਾਨਾਂ ਦੀ ਬਬਰੀ ਮਸਜਿਦ ਦਾ ਫੈਸਲਾ ਕਰਤਾ ਕਿ ਹਿੰਦੂਆਂ ਦਾ ਮੰਦਿਰ ਹੈ। ਤੁਸੀਂ ਕਦੇ ਵੀ ਕਿਸੇ ਘੱਟ ਗਿਣਤੀ ਦੇ ਲਈ ਖੜੇ ਨਹੀਂ ਹੁੰਦੇ, ਨਾ ਤੁਸੀਂ ਸਿੱਖਾਂ ਦੇ ਲਈ ਖੜੇ ਹੁੰਦੇ ਹੋ। ਕਿਹਦੇ ਲਈ ਖੜੇ ਹੁੰਦੇ ਹੋ ਸਾਨੂੰ ਦੱਸੋ ਤਾਂ ਸਹੀ। ਮੇਰਾ ਕਹਿਣ ਦਾ ਮਤਲਬ ਹੈ ਘਰ ਹੀ ਪੂਰਾ ਕਰੀ ਜਾਣਾ, ਹੋਟਲ ਬਣਾਈ ਜਾਣੇ, ਪ੍ਰਾਪਰਟੀ ਬਣਾਈ ਜਾਣੀ। ਮੇਰਾ ਮਤਲਬ ਅੱਗੇ ਜਾ ਕੇ ਕੀ ਤੁਸੀਂ ਲੇਖਾ ਦੋਗੇ ਰੱਬ ਨੂੰ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ? ਤੁਹਾਡੇ ਪਾਪਾ ਜੀ, ਉਹਨਾਂ ਦੀ ਛਾਤੀ ਦੇ ਵਿੱਚ ਬਹੁਤ ਭਾਰੀ ਨੁਕਸ ਹੈ, ਉਹਨਾਂ ਨੂੰ ਸਾਹ ਬਹੁਤ ਮੁਸ਼ਕਲ ਆਉਂਦਾ ਹੈ, ਤੇ ਤੁਸੀਂ ਪਾਪਾ ਜੀ ਦੀ ਸੇਵਾ ਕਰੋ, ਉੱਥੇ ਜਾ ਕੇ ਲੱਤਾਂ ਕੁੱਟੋ। ਕਿਉਂ ਕਰਕੇ ਜਿਹੜਾ ਬਾਪ ਹੁੰਦਾ ਹੈ ਬਾਦਲ ਸਾਹਿਬ ਵਰਗਾ, ਜਦੋਂ ਉਹ ਆਪਣਾ ਇਕਲੌਤਾ ਪੁੱਤ ਦੇਖਦਾ ਤਾਂ ਮੈਂ ਹੁਣ ਕਹਿਣਾ ਤਾਂ ਨਹੀਂ ਚਾਹੁੰਦਾ, ਇਹੋ ਜਿਹੀਆਂ ਸ਼ਖਸੀਅਤਾਂ ਦੇ ਛਾਤੀ ਦੇ ਵਿੱਚ ਵੀ ਦੁੱਧ ਭਰਿਆ ਹੁੰਦਾ ਹੈ ਜਦੋਂ ਆਪਣੇ ਇਕਲੌਤੇ ਬੇਟੇ ਨੂੰ ਦੇਖਦੇ ਆ। ਜਾਓ ਜਾ ਕੇ ਹਸਪੀਟਲ ਉਹਨਾਂ ਦੀ ਸੇਵਾ ਕਰੋ, ਲੱਤਾਂ ਕੁੱਟੋ। ਕਿਉਂ ਮੇਰੇ ਮਗਰ ਪਏ ਹੋਏ ਹੋ? ਮੈਂ ਤਾਂ ਚੱਲੀ ਜਾਣਾ। ਅੱਛਾ ਜੇ ਮੈਂ ਹਾਰ ਵੀ ਗਿਆ ਫਿਰ ਮੈਨੂੰ ਤਾਂ ਕੋਈ ਫਰਕ ਨਹੀਂ ਪੈਣਾ ਹੈਗਾ, ਉਹ ਤਾਂ ਸਿੱਖ ਕੌਮ ਦੀ ਜਿਹੜੀ ਸੋਚ ਹੈ ਉਹਨੂੰ ਫਰਕ ਪਊਗਾ। ਮੈਨੂੰ ਕੀ ਫਰਕ ਹੈ? ਅਗਲਾ ਇਲੈਕਸ਼ਨ ਆਊਗਾ ਮੈਂ ਫੇਰ ਹਾਜ਼ਰ ਹੋਊਂਗਾ ਸਿੱਖ ਕੌਮ ਦੇ ਲਈ, ਮੈਂ ਤਾਂ ਲੜੀ ਜਾਣਾ ਸਿੱਖ ਕੌਮ ਦੇ ਲਈ। ਤੁਸੀਂ ਹਮੇਸ਼ਾ ਹੀ ਇਹ ਮੇਰੇ ਮਗਰ ਪਏ ਰਹੋਗੇ? ਨਹੀਂ, ਹੁਣ ਤੁਸੀਂ ਬਾਪੂ ਜੀ ਦੀ ਸੇਵਾ ਕਰੋ, ਉਹਨਾਂ ਦੇ ਚਰਨਾਂ ਦੇ ਵਿੱਚ ਬੈਠੋ ਜਾ ਕੇ, ਉਹਨਾਂ ਦੀ ਛਾਤੀ ਦੇ ਵਿੱਚ ਤੁਹਾਨੂੰ ਦੇਖ ਕੇ ਦੇਖੋ ਮੁਸਕਰਾਉਣਗੇ, ਉਹਨਾਂ ਦੀ ਛਾਤੀ ਦੇ ਵਿੱਚ ਦੁੱਧ ਆ ਜਾਊਗਾ ਤੇ ਕਿੰਨੀ ਖੁਸ਼ੀ ਹੋਊਗੀ। ਹੁਣ ਮੇਰੀ ਮਗਰ ਨਾ ਪਾਓ, ਬਾਪੂ ਜੀ ਦੀ ਸੇਵਾ ਕਰੋ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਅੱਜ ਮਿਤੀ 15 ਜੂਨ ਨੂੰ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਹੇ ਹਾਂ। ਹੁਣ ਤੁਸੀਂ ਸੁਣ ਰਹੇ ਹੋ ਕਿ ਸਰਦਾਰ ਸੁਖਬੀਰ ਸਿੰਘ ਜੀ ਇਹਨਾਂ ਦਾ ਇੱਕ ਪ੍ਰੋਗਰਾਮ ਰਹਿ ਗਿਆ ਕਿ ਸਿਮਰਨਜੀਤ ਸਿੰਘ ਮਾਨ ਨੂੰ ਭੰਡਣ ਕਰਨਾ ਹੈਗਾ। ਆ ਤੁਸੀਂ ਸੁਣ ਲਓ ਕੀ ਕਹਿ ਰਹੇ ਆ। ਇਹ ਮੇਰੇ ਘਰੇ ਆਏ, ਮੈਂ ਇਹਨਾਂ ਦੀ ਤੇ ਚੰਦੂ ਮਾਜਰਾ ਜੀ ਦੀ SCGPC ਦੇ ਪ੍ਰਧਾਨ ਦੀ ਭੁੰਦੜ ਸਾਹਿਬ ਦੀ ਪੂਰੀ ਇੱਜ਼ਤ ਕੀਤੀ। ਇਹਨਾਂ ਦਾ ਜਿਵੇਂ ਇਹਨਾਂ ਦਾ ਪਾਲਣ ਹੋਇਆ ਉਸੇ ਤਰ੍ਹਾਂ ਇਹਨਾਂ ਨੂੰ ਵਧੀਆ ਸੈਂਡਵਿਚਸ ਦਿੱਤੇ, ਕੋਕੋ ਕੋਲਾ ਦਿੱਤੀ। ਪਰ ਸਿਰਫ ਸਾਡੀ ਲੜਾਈ ਪੰਥ ਦੀ ਦਿੱਲੀ ਦੇ ਨਾਲ ਹੈ, ਕਾਂਗਰਸ ਦੇ ਨਾਲ ਹੈ, BJP ਦੇ ਨਾਲ ਹੈ, ਆਮ ਆਦਮੀ ਪਾਰਟੀ ਦੇ ਨਾਲ ਹੈ ਤੇ ਸਿਰਫ ਸਿਮਰਨਜੀਤ ਸਿੰਘ ਮਾਨ ਨੂੰ ਭੰਡੀ ਜਾਂਦੇ ਹੈ। ਹੁਣ ਇਹ ਟਾਈਮ ਹੈ ਸਰਦਾਰ ਸੁਖਬੀਰ ਸਿੰਘ ਦਾ ਕਿ ਮੇਰੇ ਮਗਰ ਚੜ ਕੇ ਮੈਨੂੰ ਹਰਾ ਕੇ ਤੇ ਫਿਰ ਤੁਸੀਂ ਆਮ ਪਾਰਟੀ ਜਾਂ ਕਾਂਗਰਸ ਜਾਂ BJP ਨੂੰ ਜਿਤਾਉਣਾ ਚਾਹੁੰਦੇ ਹੋ। ਦੂਸਰੀ ਗੱਲ ਹੈ ਕਿ ਤੁਹਾਡੇ ਬਾਪੂ ਜੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਖਤ ਬਿਮਾਰ ਹੈ, PGI ਤੋਂ ਤਬਦੀਲ ਹੋ ਕੇ ਇੱਕ ਨਵੇਂ ਹਸਪੀਟਲ 'ਚ ਦਾਖਲ ਹੋਏ ਹੈ। ਪੁੱਤ ਦਾ ਮਤਲਬ ਹੁੰਦਾ ਹੈ ਕਿ ਮੈਂ ਜਦੋਂ ਮੇਰਾ ਬਜ਼ੁਰਗ ਬਹੁਤ ਬਿਰਧ ਹੋ ਜੇ ਉਹਦੇ ਸਰਾਣੇ ਬੈਠਾਂ, ਉਹਦੇ ਪੈਰ ਘੁੱਟਾਂ, ਉਹਦੀ ਗੱਲ ਸੁਣਾ। ਤੁਸੀਂ ਸਿਰਫ ਤੇ ਸਿਰਫ ਸਿਮਰਨਜੀਤ ਸਿੰਘ ਮਾਨ ਦੇ ਮਗਰ ਪੈ ਗਏ ਹੋ। ਹੁਣ ਕੋਈ ਵੀ ਬੰਦੀ ਸਿੰਘ ਨੇ ਤੁਹਾਡੇ ਕੈਂਡੀਡੇਟ ਦੀ ਸਪੋਰਟ ਨਹੀਂ ਕਰ ਰਿਹਾ। ਬੰਦੀ ਸਿੰਘਾਂ ਦੀ ਤੁਸੀਂ ਗੱਲ ਕਰ ਰਹੇ ਹੋ। ਬੰਦੀ ਸਿੰਘ ਤਾਂ ਤੁਸੀਂ ਬਣਾਏ ਹੈ ਬਲੂ ਸਟਾਰ ਦੇ, ਤੁਹਾਡੇ ਪਾਪਾ ਜੀ ਨੇ ਪੂਰੀ ਸਪੋਰਟ ਇੰਦਰਾ ਗਾਂਧੀ ਦੀ ਕਰਕੇ ਬਲੂ ਸਟਾਰ ਕਰਾਇਆ। ਉਦੋਂ ਬਾਅਦ ਤੁਹਾਡੀਆਂ ਸਰਕਾਰਾਂ ਰਹੀਆਂ, ਤੁਸੀਂ ਮੈਨੂੰ ਆਪ ਜੇਲ੍ਹ ਦੇ ਵਿੱਚ ਇੰਨੀ ਵਾਰੀ ਦਿੱਤਾ। ਸੁਖਬੀਰ ਸਿੰਘ ਜੀ ਰਾਤ ਦੇ 2 ਵਜੇ ਮੇਰੇ ਘਰ ਅੰਮ੍ਰਿਤਸਰ ਮੈਨੂੰ ਬਿਸਤਰੇ ਤੋਂ ਉਠਾ ਕੇ ਤਕੜੇ ਸਿਪਾਹੀ ਜਿਨ੍ਹਾਂ ਦੇ ਮੂੰਹ ਦੇ ਵਿੱਚੋਂ ਸ਼ਰਾਬ ਦੀ ਬੋ ਆਈ ਸੀ ਮੈਨੂੰ ਚੱਕ ਕੇ ਲੈ ਗਏ। ਤੁਸੀਂ ਦੱਸੋ ਕਿ ਮੈਂ ਤੁਹਾਡਾ ਕਦੇ ਕੀਤਾ ਕੀ ਹੈ, ਕੀ ਨੁਕਸਾਨ ਕੀਤਾ ਕਿ ਤੁਸੀਂ ਸਿਰਫ ਉਸ ਬੰਦੇ ਦੇ ਵੈਰ ਪਏ ਹੋਏ ਹੋ ਜਿਸ ਨੇ ਸਾਰੀ ਜ਼ਿੰਦਗੀ ਪੰਥ ਦੀ ਸੇਵਾ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੋਚ ਨੂੰ ਅੱਗੇ ਲੈ ਕੇ ਮੈਂ ਜਾ ਰਿਹਾ ਹਾਂ। ਤੇ ਮੇਰੇ ਕੋਲੇ ਕੋਈ ਗਨਮੈਨ ਨਹੀਂ ਹੈ, ਤੁਹਾਡੇ ਕੋਲੇ SP ਰੈਂਕ ਦਾ ਅਫਸਰ ਹੈ, ਤੁਹਾਡੇ ਕੋਲੇ ਸੈਂਟਰ ਦੀ ਸਿਕਿਉਰਿਟੀ ਹੈ। ਤਾਂ ਮੇਰਾ ਕਹਿਣ ਦਾ ਮਤਲਬ ਇਹ ਸਾਰਾ ਕੁਝ ਹੀ ਹੈ ਨਾ, ਕਿਉਂ ਕਰਕੇ ਤੁਸੀਂ ਪੰਥਕ ਹੈ ਨਹੀਂ ਗਏ ਤੇ ਤੁਸੀਂ ਪੰਥ ਦੇ ਖਿਲਾਫ ਕੰਮ ਕੀਤੇ ਹੈਗੇ ਹੈ। ਕਿਸਾਨਾਂ ਦੇ ਵੀ ਜਿਹੜੇ ਕਾਨੂੰਨ ਸੀਗੇ ਉਹ ਵੀ ਮੋਦੀ ਦੇ ਨਾਲ ਤੁਸੀਂ ਸਹਿਮਤ ਹੋ ਕੇ ਪਾਰਲੀਮੈਂਟ ਦੇ ਵਿੱਚ ਉਹਦੇ ਹੱਕ ਦੇ ਵਿੱਚ ਵੋਟਾਂ ਪਾਈਆਂ। ਤੁਸੀਂ ਸਾਰਾ ਕੁਝ ਕੀਤਾ ਹੈਗਾ ਤੇ ਮੈਨੂੰ ਭੰਡਣ ਦਾ ਪ੍ਰੋਗਰਾਮ ਇੱਕ ਤੁਹਾਡਾ ਬਣ ਚੁੱਕਿਆ। ਹੁਣ ਪਾਪਾ ਜੀ ਦੀ ਸੇਵਾ ਕਰੋ ਜਿਨ੍ਹਾਂ ਨੇ ਤੁਹਾਨੂੰ ਸਾਰਾ ਕੁਝ, ਤੁਸੀਂ ਲਾਇਕ ਹੈ ਨਹੀਂ ਸੀਗੇ ਇਸ ਅਹੁਦੇ ਦੇ, ਛੱਤ ਪਾੜ ਕੇ ਸਾਰਾ ਕੁਝ ਤੁਹਾਨੂੰ ਸੰਭਾਲਤਾ। ਸੀਨੀਅਰ ਲੀਡਰਸ ਢੀਂਡਸਾ ਸਾਹਿਬ ਸੀ, ਭੁੰਦੜ ਸਾਹਿਬ ਸੀ, ਹੋਰ ਵੀ ਸੀਗੇ, ਉਹਨਾਂ ਦੇ ਹੱਥ ਤੱਕ ਕਮਾਂਡ ਆਪਣੀ ਬਾਦਲ ਦਲ ਦਾ ਨਹੀਂ ਦਿੱਤਾ। ਤੁਸੀਂ ਟੈਣੇ ਦੇ ਬੰਦੇ ਹੈਗੇ ਹੋ, ਤੁਹਾਡਾ ਕੱਦ ਛੋਟਾ ਹੈ, ਤੁਹਾਡਾ ਮੋਟਾ ਢਿੱਡ ਹੋ ਗਿਆ ਤੇ ਮੇਰਾ ਮਤਲਬ ਦਿਮਾਗ ਦੇ ਵਿੱਚ ਤੁਹਾਡਾ ਕੁਛ ਗ੍ਰੇ ਮੈਟਰ ਹੈ ਨਹੀਂ। ਤੁਸੀਂ ਚੰਗੇ ਸਕੂਲ 'ਚ ਪੜ੍ਹੇ ਹੋ, ਫਿਰ ਪਾਪਾ ਜੀ ਨੇ ਤੁਹਾਨੂੰ ਅਮਰੀਕਾ ਭੇਜਿਆ, ਉੱਥੋਂ ਮੌਜ ਮੇਲਾ ਕਰਕੇ ਆ ਗਏ ਹੋ। ਕੋਈ ਤੁਹਾਡੇ ਕੋਲ ਡਿਗਰੀ ਹੈ ਨਹੀਂ ਗੀ, ਪਰ ਇੱਕੋ ਹੀ ਨੁਕਤਾ ਤੁਹਾਨੂੰ ਕਿ ਸਿਮਰਨਜੀਤ ਸਿੰਘ ਮਾਨ ਨੂੰ ਲੰਬਰਦਾਰੀ ਨਹੀਂ ਦੇਣੀ ਪਿੰਡ ਦੀ, ਤੇ ਸਾਰਾ ਪਿੰਡ ਮਰ ਜੇ ਪਰ ਸਿਮਰਨਜੀਤ ਸਿੰਘ ਮਾਨ ਨੂੰ ਲੰਬਰਦਾਰੀ ਨਹੀਂ ਦੇਣੀ। ਹੁਣ ਦੱਸੋ
ਆ ਕੋਈ ਸਿਆਸਤ ਹੈ? ਸਾਡੇ ਸਿਰ ਦੇ ਉੱਤੇ ਕਾਂਗਰਸ ਹੈ, ਬੀਜੇਪੀ ਹੈ, ਆਮ ਆਦਮੀ ਪਾਰਟੀ ਹੈ, ਹਿੰਦੂਤਵਾ ਹੈਗੀ ਹੈ, RSS ਹੈ, ਜਿਹੜਾ ਸਾਨੂੰ ਹੜੱਪ ਸਾਡੇ ਮਜ਼ਹਬ ਨੂੰ ਕਰਨਾ ਚਾਹੁੰਦੇ ਹੈ। ਮੁਸਲਮਾਨਾਂ ਦੇ ਉੱਤੇ ਕਿੰਨਾ ਅਟੈਕ ਹੋ ਰਿਹਾ ਹੈ, ਉਹਨਾਂ ਦੇ ਘਰਾਂ ਦੇ ਉੱਤੇ ਬੁਲਡੋਜ਼ਰ ਫੇਰੀ ਜਾ ਰਹੇ ਹੈ। ਕਸ਼ਮੀਰ ਦੇ ਵਿੱਚ ਰੋਜ਼ 8-10 ਮੁਸਲਮਾਨ ਫੌਜ ਮੌਤ ਦੇ ਘਾਟ ਉਤਾਰ ਦਿੰਦੀ ਹੈ। ਇਹਨਾਂ ਦੀ ਬਬਰੀ ਮਸਜਿਦ ਢਾਹ ਕੇ ਰਾਮ ਮੰਦਿਰ ਬਣਾਤਾ ਹੈ। ਤੁਸੀਂ ਉਸ ਵੇਲੇ ਪਾਰਲੀਮੈਂਟ ਦੇ ਵਿੱਚ ਸੀਗੇ, ਗੋਗੋਈ ਸਾਹਿਬ ਨੂੰ ਪਾਰਲੀਮੈਂਟ ਦਾ ਮੈਂਬਰ ਬਣਾਤਾ, ਜਿਨ੍ਹਾਂ ਨੇ ਬਤੌਰ ਚੀਫ ਜਸਟਿਸ ਹੁੰਦਿਆਂ ਮੁਸਲਮਾਨਾਂ ਦੀ ਬਬਰੀ ਮਸਜਿਦ ਦਾ ਫੈਸਲਾ ਕਰਤਾ ਕਿ ਹਿੰਦੂਆਂ ਦਾ ਮੰਦਿਰ ਹੈ। ਤੁਸੀਂ ਕਦੇ ਵੀ ਕਿਸੇ ਘੱਟ ਗਿਣਤੀ ਦੇ ਲਈ ਖੜੇ ਨਹੀਂ ਹੁੰਦੇ, ਨਾ ਤੁਸੀਂ ਸਿੱਖਾਂ ਦੇ ਲਈ ਖੜੇ ਹੁੰਦੇ ਹੋ। ਕਿਹਦੇ ਲਈ ਖੜੇ ਹੁੰਦੇ ਹੋ ਸਾਨੂੰ ਦੱਸੋ ਤਾਂ ਸਹੀ। ਮੇਰਾ ਕਹਿਣ ਦਾ ਮਤਲਬ ਹੈ ਘਰ ਹੀ ਪੂਰਾ ਕਰੀ ਜਾਣਾ, ਹੋਟਲ ਬਣਾਈ ਜਾਣੇ, ਪ੍ਰਾਪਰਟੀ ਬਣਾਈ ਜਾਣੀ। ਮੇਰਾ ਮਤਲਬ ਅੱਗੇ ਜਾ ਕੇ ਕੀ ਤੁਸੀਂ ਲੇਖਾ ਦੋਗੇ ਰੱਬ ਨੂੰ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ? ਤੁਹਾਡੇ ਪਾਪਾ ਜੀ, ਉਹਨਾਂ ਦੀ ਛਾਤੀ ਦੇ ਵਿੱਚ ਬਹੁਤ ਭਾਰੀ ਨੁਕਸ ਹੈ, ਉਹਨਾਂ ਨੂੰ ਸਾਹ ਬਹੁਤ ਮੁਸ਼ਕਲ ਆਉਂਦਾ ਹੈ, ਤੇ ਤੁਸੀਂ ਪਾਪਾ ਜੀ ਦੀ ਸੇਵਾ ਕਰੋ, ਉੱਥੇ ਜਾ ਕੇ ਲੱਤਾਂ ਕੁੱਟੋ। ਕਿਉਂ ਕਰਕੇ ਜਿਹੜਾ ਬਾਪ ਹੁੰਦਾ ਹੈ ਬਾਦਲ ਸਾਹਿਬ ਵਰਗਾ, ਜਦੋਂ ਉਹ ਆਪਣਾ ਇਕਲੌਤਾ ਪੁੱਤ ਦੇਖਦਾ ਤਾਂ ਮੈਂ ਹੁਣ ਕਹਿਣਾ ਤਾਂ ਨਹੀਂ ਚਾਹੁੰਦਾ, ਇਹੋ ਜਿਹੀਆਂ ਸ਼ਖਸੀਅਤਾਂ ਦੇ ਛਾਤੀ ਦੇ ਵਿੱਚ ਵੀ ਦੁੱਧ ਭਰਿਆ ਹੁੰਦਾ ਹੈ ਜਦੋਂ ਆਪਣੇ ਇਕਲੌਤੇ ਬੇਟੇ ਨੂੰ ਦੇਖਦੇ ਆ। ਜਾਓ ਜਾ ਕੇ ਹਸਪੀਟਲ ਉਹਨਾਂ ਦੀ ਸੇਵਾ ਕਰੋ, ਲੱਤਾਂ ਕੁੱਟੋ। ਕਿਉਂ ਮੇਰੇ ਮਗਰ ਪਏ ਹੋਏ ਹੋ? ਮੈਂ ਤਾਂ ਚੱਲੀ ਜਾਣਾ। ਅੱਛਾ, ਜੇ ਮੈਂ ਹਾਰ ਵੀ ਗਿਆ ਫਿਰ ਮੈਨੂੰ ਤਾਂ ਕੋਈ ਫਰਕ ਨਹੀਂ ਪੈਣਾ ਹੈਗਾ। ਉਹ ਤਾਂ ਸਿੱਖ ਕੌਮ ਦੀ ਜਿਹੜੀ ਸੋਚ ਹੈ ਉਹਨੂੰ ਫਰਕ ਪਊਗਾ, ਮੈਨੂੰ ਕੀ ਫਰਕ ਹੈ? ਅਗਲਾ ਇਲੈਕਸ਼ਨ ਆਊਗਾ, ਮੈਂ ਫੇਰ ਹਾਜ਼ਰ ਹੋਊਂਗਾ ਸਿੱਖ ਕੌਮ ਦੇ ਲਈ। ਮੈਂ ਤਾਂ ਲੜੀ ਜਾਣਾ ਸਿੱਖ ਕੌਮ ਦੇ ਲਈ। ਤੁਸੀਂ ਹਮੇਸ਼ਾ ਹੀ ਇਹ ਮੇਰੇ ਮਗਰ ਪਏ ਰਹੋਗੇ? ਨਹੀਂ, ਹੁਣ ਤੁਸੀਂ ਬਾਪੂ ਜੀ ਦੀ ਸੇਵਾ ਕਰੋ, ਉਹਨਾਂ ਦੇ ਚਰਨਾਂ ਦੇ ਵਿੱਚ ਬੈਠੋ ਜਾ ਕੇ, ਉਹਨਾਂ ਦੀ ਛਾਤੀ ਦੇ ਵਿੱਚ ਤੁਹਾਨੂੰ ਦੇਖ ਕੇ ਦੇਖੋ, ਮੁਸਕਰਾਉਣਗੇ, ਉਹਨਾਂ ਦੀ ਛਾਤੀ ਦੇ ਵਿੱਚ ਦੁੱਧ ਆ ਜਾਊਗਾ ਤੇ ਕਿੰਨੀ ਖੁਸ਼ੀ ਹੋਊਗੀ। ਹੁਣ ਮੇਰੀ ਮਗਰ ਨਾ ਪਾਓ, ਬਾਪੂ ਜੀ ਦੀ ਸੇਵਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਅੱਜ ਮਿਤੀ 15 ਜੂਨ ਨੂੰ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਹੇ ਹਾਂ। ਹੁਣ ਤੁਸੀਂ ਸੁਣ ਰਹੇ ਹੋ ਕਿ ਸਰਦਾਰ ਸੁਖਬੀਰ ਸਿੰਘ ਜੀ, ਇਹਨਾਂ ਦਾ ਇੱਕ ਪ੍ਰੋਗਰਾਮ ਰਹਿ ਗਿਆ ਕਿ ਸਿਮਰਨਜੀਤ ਸਿੰਘ ਮਾਨ ਨੂੰ ਭੰਡਣ ਕਰਨਾ ਹੈਗਾ। ਆ ਤੁਸੀਂ ਸੁਣ ਲਓ ਕੀ ਕਹਿ ਰਹੇ ਆ। ਇਹ ਮੇਰੇ ਘਰੇ ਆਏ, ਮੈਂ ਇਹਨਾਂ ਦੀ ਤੇ ਚੰਦੂ ਮਾਜਰਾ ਜੀ ਦੀ, SCGPC ਦੇ ਪ੍ਰਧਾਨ ਦੀ, ਭੁੰਦੜ ਸਾਹਿਬ ਦੀ ਪੂਰੀ ਇੱਜ਼ਤ ਕੀਤੀ। ਇਹਨਾਂ ਦਾ ਜਿਵੇਂ ਇਹਨਾਂ ਦਾ ਪਾਲਣ ਹੋਇਆ, ਉਸੇ ਤਰ੍ਹਾਂ ਇਹਨਾਂ ਨੂੰ ਵਧੀਆ ਸੈਂਡਵਿਚਸ ਦਿੱਤੇ, ਕੋਕੋ ਕੋਲਾ ਦਿੱਤੀ। ਪਰ ਸਿਰਫ ਸਾਡੀ ਲੜਾਈ ਪੰਥ ਦੀ ਦਿੱਲੀ ਦੇ ਨਾਲ ਹੈ, ਕਾਂਗਰਸ ਦੇ ਨਾਲ ਹੈ, BJP ਦੇ ਨਾਲ ਹੈ, ਆਮ ਆਦਮੀ ਪਾਰਟੀ ਦੇ ਨਾਲ ਹੈ, ਤੇ ਸਿਰਫ ਸਿਮਰਨਜੀਤ ਸਿੰਘ ਮਾਨ ਨੂੰ ਭੰਡੀ ਜਾਂਦੇ ਹੈ। ਹੁਣ ਇਹ ਟਾਈਮ ਹੈ ਸਰਦਾਰ ਸੁਖਬੀਰ ਸਿੰਘ ਦਾ ਕਿ ਮੇਰੇ ਮਗਰ ਚੜ ਕੇ ਮੈਨੂੰ ਹਰਾ ਕੇ ਤੇ ਫਿਰ ਤੁਸੀਂ ਆਮ ਪਾਰਟੀ ਜਾਂ ਕਾਂਗਰਸ ਜਾਂ BJP ਨੂੰ ਜਿਤਾਉਣਾ ਚਾਹੁੰਦੇ ਹੋ। ਦੂਸਰੀ ਗੱਲ ਹੈ ਕਿ ਤੁਹਾਡੇ ਬਾਪੂ ਜੀ ਪ੍ਰਕਾਸ਼ ਸਿੰਘ ਬਾਦਲ ਸਖਤ ਬਿਮਾਰ ਹੈ, PGI ਤੋਂ ਤਬਦੀਲ ਹੋ ਕੇ ਇੱਕ ਨਵੇਂ ਹਸਪੀਟਲ 'ਚ ਦਾਖਲ ਹੋਏ ਹੈ। ਪੁੱਤ ਦਾ ਮਤਲਬ ਹੁੰਦਾ ਹੈ ਕਿ ਮੈਂ ਜਦੋਂ ਮੇਰਾ ਬਜ਼ੁਰਗ ਬਹੁਤ ਬਿਰਧ ਹੋ ਜੇ, ਉਹਦੇ ਸਰਾਣੇ ਬੈਠਾਂ, ਉਹਦੇ ਪੈਰ ਘੁੱਟਾਂ, ਉਹਦੀ ਗੱਲ ਸੁਣਾ। ਤੁਸੀਂ ਸਿਰਫ ਤੇ ਸਿਰਫ ਸਿਮਰਨਜੀਤ ਸਿੰਘ ਮਾਨ ਦੇ ਮਗਰ ਪੈ ਗਏ ਹੋ। ਹੁਣ ਕੋਈ ਵੀ ਬੰਦੀ ਸਿੰਘ ਨੇ ਤੁਹਾਡੇ ਕੈਂਡੀਡੇਟ ਦੀ ਸਪੋਰਟ ਨਹੀਂ ਕਰ ਰਿਹਾ।
ਬੰਦੀ ਸਿੰਘਾਂ ਦੀ ਤੁਸੀਂ ਗੱਲ ਕਰ ਰਹੇ ਹੋ। ਬੰਦੀ ਸਿੰਘ ਤਾਂ ਤੁਸੀਂ ਬਣਾਏ ਹੈ ਬਲੂ ਸਟਾਰ ਦੇ, ਤੁਹਾਡੇ ਪਾਪਾ ਜੀ ਨੇ ਪੂਰੀ ਸਪੋਰਟ ਇੰਦਰਾ ਗਾਂਧੀ ਜੀ ਕਰਕੇ ਬਲੂ ਸਟਾਰ ਕਰਾਇਆ। ਉਦੋਂ ਬਾਅਦ ਤੁਹਾਡੀਆਂ ਸਰਕਾਰਾਂ ਰਹੀਆਂ, ਤੁਸੀਂ ਮੈਨੂੰ ਆਪ ਜੇਲ੍ਹ ਦੇ ਵਿੱਚ ਇੰਨੀ ਵਾਰੀ ਦਿੱਤਾ। ਸੁਖਬੀਰ ਸਿੰਘ ਜੀ ਰਾਤ ਦੇ 2 ਵਜੇ ਮੇਰੇ ਘਰ ਅੰਮ੍ਰਿਤਸਰ ਮੈਨੂੰ ਬਿਸਤਰੇ ਤੋਂ ਉਠਾ ਕੇ ਤਕੜੇ ਤਕੜੇ ਸਿਪਾਹੀ ਜਿਨ੍ਹਾਂ ਦੇ ਮੂੰਹ ਦੇ ਵਿੱਚੋਂ ਸ਼ਰਾਬ ਦੀ ਬੋ ਆਈ ਸੀ ਮੈਨੂੰ ਚੱਕ ਕੇ ਲੈ ਗਏ। ਤੁਸੀਂ ਦੱਸੋ ਕਿ ਮੈਂ ਤੁਹਾਡਾ ਕਦੇ ਕੀਤਾ ਕੀ ਹੈ, ਕੀ ਨੁਕਸਾਨ ਕੀਤਾ ਕਿ ਤੁਸੀਂ ਸਿਰਫ ਉਸ ਬੰਦੇ ਦੇ ਵੈਰ ਪਏ ਹੋਏ ਹੋ ਜਿਸ ਨੇ ਸਾਰੀ ਜ਼ਿੰਦਗੀ ਪੰਥ ਦੀ ਸੇਵਾ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੋਚ ਨੂੰ ਅੱਗੇ ਲੈ ਕੇ ਮੈਂ ਜਾ ਰਿਹਾ ਹਾਂ। ਤੇ ਮੇਰੇ ਕੋਲੇ ਕੋਈ ਗਨਮੈਨ ਨਹੀਂ ਹੈ, ਤੁਹਾਡੇ ਕੋਲੇ ਐਸਪੀ ਰੈਂਕ ਦਾ ਅਫਸਰ ਹੈ, ਤੁਹਾਡੇ ਕੋਲੇ ਸੈਂਟਰ ਦੀ ਸਿਕਿਉਰਿਟੀ ਹੈ। ਤਾਂ ਮੇਰਾ ਕਹਿਣ ਦਾ ਮਤਲਬ ਇਹ ਸਾਰਾ ਕੁਝ ਹੀ ਹੈ ਨਾ, ਕਿਉਂ ਕਰਕੇ ਤੁਸੀਂ ਪੰਥਕ ਹੈ ਨਹੀਂ ਗਏ ਤੇ ਤੁਸੀਂ ਪੰਥ ਦੇ ਖਿਲਾਫ ਕੰਮ ਕੀਤੇ ਹੈਗੇ ਹੈ। ਕਿਸਾਨਾਂ ਦੇ ਵੀ ਜਿਹੜੇ ਕਾਨੂੰਨ ਸੀਗੇ ਉਹ ਵੀ ਮੋਦੀ ਦੇ ਨਾਲ ਤੁਸੀਂ ਸਹਿਮਤ ਹੋ ਕੇ ਪਾਰਲੀਮੈਂਟ ਦੇ ਵਿੱਚ ਉਹਦੇ ਹੱਕ ਦੇ ਵਿੱਚ ਵੋਟਾਂ ਪਾਈਆਂ। ਤੁਸੀਂ ਸਾਰਾ ਕੁਝ ਕੀਤਾ ਹੈਗਾ ਤੇ ਮੈਨੂੰ ਭੰਡਣ ਦਾ ਪ੍ਰੋਗਰਾਮ ਇੱਕ ਤੁਹਾਡਾ ਬਣ ਚੁੱਕਿਆ। ਹੁਣ ਪਾਪਾ ਜੀ ਦੀ ਸੇਵਾ ਕਰੋ ਜਿਨ੍ਹਾਂ ਨੇ ਤੁਹਾਨੂੰ ਸਾਰਾ ਕੁਝ, ਤੁਸੀਂ ਲਾਇਕ ਹੈ ਨਹੀਂ ਸੀਗੇ ਇਸ ਅਹੁਦੇ ਦੇ, ਛੱਤ ਪਾੜ ਕੇ ਸਾਰਾ ਕੁਝ ਤੁਹਾਨੂੰ ਸੰਭਾਲਤਾ। ਸੀਨੀਅਰ ਲੀਡਰਸ ਢੀਂਡਸਾ ਸਾਹਿਬ ਸੀ, ਭੁੰਦੜ ਸਾਹਿਬ ਸੀ, ਹੋਰ ਵੀ ਸੀਗੇ, ਉਹਨਾਂ ਦੇ ਹੱਥ ਤੱਕ ਕਮਾਂਡ ਆਪਣੀ ਬਾਦਲ ਦਲ ਦਾ ਨਹੀਂ ਦਿੱਤਾ। ਤੁਸੀਂ ਟੈਣੇ ਦੇ ਬੰਦੇ ਹੈਗੇ ਹੋ, ਤੁਹਾਡਾ ਕੱਦ ਛੋਟਾ ਹੈ, ਤੁਹਾਡਾ ਮੋਟਾ ਢਿੱਡ ਹੋ ਗਿਆ ਤੇ ਮੇਰਾ ਮਤਲਬ ਦਿਮਾਗ ਦੇ ਵਿੱਚ ਤੁਹਾਡਾ ਕੁਛ ਗ੍ਰੇ ਮੈਟਰ ਹੈ ਨਹੀਂ। ਤੁਸੀਂ ਚੰਗੇ ਸਕੂਲ 'ਚ ਪੜ੍ਹੇ ਹੋ, ਫਿਰ ਪਾਪਾ ਜੀ ਨੇ ਤੁਹਾਨੂੰ ਅਮਰੀਕਾ ਭੇਜਿਆ, ਉੱਥੋਂ ਮੌਜ ਮੇਲਾ ਕਰਕੇ ਆ ਗਏ ਹੋ। ਕੋਈ ਤੁਹਾਡੇ ਕੋਲ ਡਿਗਰੀ ਹੈ ਨਹੀਂ ਗੀ, ਪਰ ਇੱਕੋ ਹੀ ਨੁਕਤਾ ਤੁਹਾਨੂੰ ਕਿ ਸਿਮਰਨਜੀਤ ਸਿੰਘ ਮਾਨ ਨੂੰ ਲੰਬਰਦਾਰੀ ਨਹੀਂ ਦੇਣੀ ਪਿੰਡ ਦੀ, ਤੇ ਸਾਰਾ ਪਿੰਡ ਮਰ ਜੇ ਪਰ ਸਿਮਰਨਜੀਤ ਸਿੰਘ ਮਾਨ ਨੂੰ ਲੰਬਰਦਾਰੀ ਨਹੀਂ ਦੇਣੀ। ਹੁਣ ਦੱਸੋ ਆਹ ਕੋਈ ਸਿਆਸਤ ਹੈ? ਸਾਡੇ ਸਿਰ ਦੇ ਉੱਤੇ ਕਾਂਗਰਸ ਹੈ, ਬੀਜੇਪੀ ਹੈ, ਆਮ ਆਦਮੀ ਪਾਰਟੀ ਹੈ, ਹਿੰਦੂਤਵਾ ਹੈਗੀ ਹੈ, RSS ਹੈ, ਜਿਹੜਾ ਸਾਨੂੰ ਹੜੱਪ ਸਾਡੇ ਮਜ਼ਹਬ ਨੂੰ ਕਰਨਾ ਚਾਹੁੰਦੇ ਹੈ। ਮੁਸਲਮਾਨਾਂ ਦੇ ਉੱਤੇ ਕਿੰਨਾ ਅਟੈਕ ਹੋ ਰਿਹਾ ਹੈ, ਉਹਨਾਂ ਦੇ ਘਰਾਂ ਦੇ ਉੱਤੇ ਬੁਲਡੋਜ਼ਰ ਫੇਰੀ ਜਾ ਰਹੇ ਹੈ। ਕਸ਼ਮੀਰ ਦੇ ਵਿੱਚ ਰੋਜ਼ 8-10 ਮੁਸਲਮਾਨ ਫੌਜ ਮੌਤ ਦੇ ਘਾਟ ਉਤਾਰ ਦਿੰਦੀ ਹੈ। ਇਹਨਾਂ ਦੀ ਬਬਰੀ ਮਸਜਿਦ ਢਾਹ ਕੇ ਰਾਮ ਮੰਦਿਰ ਬਣਾਤਾ ਹੈ। ਤੁਸੀਂ ਉਸ ਵੇਲੇ ਪਾਰਲੀਮੈਂਟ ਦੇ ਵਿੱਚ ਸੀਗੇ, ਗੋਗੋਈ ਸਾਹਿਬ ਨੂੰ ਪਾਰਲੀਮੈਂਟ ਦਾ ਮੈਂਬਰ ਬਣਾਤਾ ਜਿਨ੍ਹਾਂ ਨੇ ਬਤੌਰ ਚੀਫ ਜਸਟਿਸ ਹੁੰਦਿਆਂ ਮੁਸਲਮਾਨਾਂ ਦੀ ਬਬਰੀ ਮਸਜਿਦ ਦਾ ਫੈਸਲਾ ਕਰਤਾ ਕਿ ਹਿੰਦੂਆਂ ਦਾ ਮੰਦਿਰ ਹੈ। ਤੁਸੀਂ ਕਦੇ ਵੀ ਕਿਸੇ ਘੱਟ ਗਿਣਤੀ ਦੇ ਲਈ ਖੜੇ ਨਹੀਂ ਹੁੰਦੇ, ਨਾ ਤੁਸੀਂ ਸਿੱਖਾਂ ਦੇ ਲਈ ਖੜੇ ਹੁੰਦੇ ਹੋ। ਕਿਹਦੇ ਲਈ ਖੜੇ ਹੁੰਦੇ ਹੋ ਸਾਨੂੰ ਦੱਸੋ ਤਾਂ ਸਹੀ। ਮੇਰਾ ਕਹਿਣ ਦਾ ਮਤਲਬ ਹੈ ਘਰ ਹੀ ਪੂਰਾ ਕਰੀ ਜਾਣਾ, ਹੋਟਲ ਬਣਾਈ ਜਾਣੇ, ਪ੍ਰਾਪਰਟੀ ਬਣਾਈ ਜਾਣੀ। ਮੇਰਾ ਮਤਲਬ ਅੱਗੇ ਜਾ ਕੇ ਕੀ ਤੁਸੀਂ ਲੇਖਾ ਦੋਗੇ ਰੱਬ ਨੂੰ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ? ਤੁਹਾਡੇ ਪਾਪਾ ਜੀ, ਉਹਨਾਂ ਦੀ ਛਾਤੀ ਦੇ ਵਿੱਚ ਬਹੁਤ ਭਾਰੀ ਨੁਕਸ ਹੈ, ਉਹਨਾਂ ਨੂੰ ਸਾਹ ਬਹੁਤ ਮੁਸ਼ਕਲ ਆਉਂਦਾ ਹੈ ਤੇ ਤੁਸੀਂ ਪਾਪਾ ਜੀ ਦੀ ਸੇਵਾ ਕਰੋ, ਉੱਥੇ ਜਾ ਕੇ ਲੱਤਾਂ ਕੁੱਟੋ। ਕਿਉਂ ਕਰਕੇ ਜਿਹੜਾ ਬਾਪ ਹੁੰਦਾ ਹੈ ਬਾਦਲ ਸਾਹਿਬ ਵਰਗਾ, ਜਦੋਂ ਉਹ ਆਪਣਾ ਇਕਲੌਤਾ ਪੁੱਤ ਦੇਖਦਾ ਤਾਂ ਮੈਂ ਹੁਣ ਕਹਿਣਾ ਤਾਂ ਨਹੀਂ ਚਾਹੁੰਦਾ, ਇਹੋ ਜਿਹੀਆਂ ਸ਼ਖਸੀਅਤਾਂ ਦੇ ਛਾਤੀ ਦੇ ਵਿੱਚ ਵੀ ਦੁੱਧ ਭਰੇ ਹੁੰਦਾ ਹੈ ਜਦੋਂ ਆਪਣੇ ਇਕਲੌਤੇ ਬੇਟੇ ਨੂੰ ਦੇਖਦੇ ਆ। ਜਾਓ ਜਾ ਕੇ ਹਸਪੀਟਲ ਉਹਨਾਂ ਦੀ ਸੇਵਾ ਕਰੋ, ਲੱਤਾਂ ਕੁੱਟੋ। ਕਿਉਂ ਮੇਰੇ ਮਗਰ ਪਏ ਹੋਏ ਹੋ? ਮੈਂ ਤਾਂ ਚੱਲੀ ਜਾਣਾ। ਅੱਛਾ ਜੇ ਮੈਂ ਹਾਰ ਵੀ ਗਿਆ ਫਿਰ ਮੈਨੂੰ ਤਾਂ ਕੋਈ ਫਰਕ ਨਹੀਂ ਪੈਣਾ ਹੈਗਾ, ਉਹ ਤਾਂ ਸਿੱਖ ਕੌਮ ਦੀ ਜਿਹੜੀ ਸੋਚ ਹੈ ਉਹਨੂੰ ਫਰਕ ਪਊਗਾ। ਮੈਨੂੰ ਕੀ ਫਰਕ ਹੈ? ਅਗਲਾ ਇਲੈਕਸ਼ਨ ਆਊਗਾ ਮੈਂ ਫੇਰ ਹਾਜ਼ਰ ਹੋਊਂਗਾ ਸਿੱਖ ਕੌਮ ਦੇ ਲਈ, ਮੈਂ ਤਾਂ ਲੜੀ ਜਾਣਾ ਸਿੱਖ ਕੌਮ ਦੇ ਲਈ। ਤੁਸੀਂ ਹਮੇਸ਼ਾ ਹੀ ਇਹ ਮੇਰੇ ਮਗਰ ਪਏ ਰਹੋਗੇ? ਨਹੀਂ, ਹੁਣ ਤੁਸੀਂ ਬਾਪੂ ਜੀ ਦੀ ਸੇਵਾ ਕਰੋ, ਉਹਨਾਂ ਦੇ ਚਰਨਾਂ ਦੇ ਵਿੱਚ ਬੈਠੋ ਜਾ ਕੇ,
ਉਹਨਾਂ ਦੀ ਛਾਤੀ ਦੇ ਵਿੱਚ ਤੁਹਾਨੂੰ ਦੇਖ ਕੇ ਦੇਖੋ ਮੁਸਕਰਾਉਣਗੇ, ਉਹਨਾਂ ਦੀ ਛਾਤੀ ਦੇ ਵਿੱਚ ਦੁੱਧ ਆ ਜਾਊਗਾ ਤੇ ਕਿੰਨੀ ਖੁਸ਼ੀ ਹੋਊਗੀ। ਹੁਣ ਮੇਰੀ ਮਗਰ ਨਾ ਪਾਓ, ਬਾਪੂ ਜੀ ਦੀ ਸੇਵਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਅੱਜ ਮਿਤੀ 15 ਜੂਨ ਨੂੰ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਹੇ ਹਾਂ। ਹੁਣ ਤੁਸੀਂ ਸੁਣ ਰਹੇ ਹੋ ਕਿ ਸਰਦਾਰ ਸੁਖਬੀਰ ਸਿੰਘ ਜੀ, ਇਹਨਾਂ ਦਾ ਇੱਕ ਪ੍ਰੋਗਰਾਮ ਰਹਿ ਗਿਆ ਕਿ ਸਿਮਰਨਜੀਤ ਸਿੰਘ ਮਾਨ ਨੂੰ ਭੰਡਣ ਕਰਨਾ ਹੈਗਾ। ਆ ਤੁਸੀਂ ਸੁਣ ਲਓ ਕੀ ਕਹਿ ਰਹੇ ਆ। ਇਹ ਮੇਰੇ ਘਰੇ ਆਏ, ਮੈਂ ਇਹਨਾਂ ਦੀ ਤੇ ਚੰਦੂ ਮਾਜਰਾ ਜੀ ਦੀ, SCGPC ਦੇ ਪ੍ਰਧਾਨ ਦੀ, ਭੁੰਦੜ ਸਾਹਿਬ ਦੀ ਪੂਰੀ ਇੱਜ਼ਤ ਕੀਤੀ। ਇਹਨਾਂ ਦਾ ਜਿਵੇਂ ਇਹਨਾਂ ਦਾ ਪਾਲਣ ਹੋਇਆ, ਉਸੇ ਤਰ੍ਹਾਂ ਇਹਨਾਂ ਨੂੰ ਵਧੀਆ ਸੈਂਡਵਿਚਸ ਦਿੱਤੇ, ਕੋਕੋ ਕੋਲਾ ਦਿੱਤੀ। ਪਰ ਸਿਰਫ ਸਾਡੀ ਲੜਾਈ ਪੰਥ ਦੀ ਦਿੱਲੀ ਦੇ ਨਾਲ ਹੈ, ਕਾਂਗਰਸ ਦੇ ਨਾਲ ਹੈ, BJP ਦੇ ਨਾਲ ਹੈ, ਆਮ ਆਦਮੀ ਪਾਰਟੀ ਦੇ ਨਾਲ ਹੈ, ਤੇ ਸਿਰਫ ਸਿਮਰਨਜੀਤ ਸਿੰਘ ਮਾਨ ਨੂੰ ਭੰਡੀ ਜਾਂਦੇ ਹੈ। ਹੁਣ ਇਹ ਟਾਈਮ ਹੈ ਸਰਦਾਰ ਸੁਖਬੀਰ ਸਿੰਘ ਦਾ ਕਿ ਮੇਰੇ ਮਗਰ ਚੜ ਕੇ ਮੈਨੂੰ ਹਰਾ ਕੇ ਤੇ ਫਿਰ ਤੁਸੀਂ ਆਮ ਪਾਰਟੀ ਜਾਂ ਕਾਂਗਰਸ ਜਾਂ BJP ਨੂੰ ਜਿਤਾਉਣਾ ਚਾਹੁੰਦੇ ਹੋ। ਦੂਸਰੀ ਗੱਲ ਹੈ ਕਿ ਤੁਹਾਡੇ ਬਾਪੂ ਜੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਖਤ ਬਿਮਾਰ ਹੈ, PGI ਤੋਂ ਤਬਦੀਲ ਹੋ ਕੇ ਇੱਕ ਨਵੇਂ ਹਸਪੀਟਲ 'ਚ ਦਾਖਲ ਹੋਏ ਹੈ। ਪੁੱਤ ਦਾ ਮਤਲਬ ਹੁੰਦਾ ਹੈ ਕਿ ਮੈਂ ਜਦੋਂ ਮੇਰਾ ਬਜ਼ੁਰਗ ਬਹੁਤ ਬਿਰਧ ਹੋ ਜੇ, ਉਹਦੇ ਸਰਾਣੇ ਬੈਠਾਂ, ਉਹਦੇ ਪੈਰ ਘੁੱਟਾਂ, ਉਹਦੀ ਗੱਲ ਸੁਣਾ। ਤੁਸੀਂ ਸਿਰਫ ਤੇ ਸਿਰਫ ਸਿਮਰਨਜੀਤ ਸਿੰਘ ਮਾਨ ਦੇ ਮਗਰ ਪੈ ਗਏ ਹੋ। ਹੁਣ ਕੋਈ ਵੀ ਬੰਦੀ ਸਿੰਘ ਨੇ ਤੁਹਾਡੇ ਕੈਂਡੀਡੇਟ ਦੀ ਸਪੋਰਟ ਨਹੀਂ ਕਰ ਰਿਹਾ। ਬੰਦੀ ਸਿੰਘਾਂ ਦੀ ਤੁਸੀਂ ਗੱਲ ਕਰ ਰਹੇ ਹੋ। ਬੰਦੀ ਸਿੰਘ ਤਾਂ ਤੁਸੀਂ ਬਣਾਏ ਹੈ ਬਲੂ ਸਟਾਰ ਦੇ, ਤੁਹਾਡੇ ਪਾਪਾ ਜੀ ਨੇ ਪੂਰੀ ਸਪੋਰਟ ਇੰਦਰਾ ਗਾਂਧੀ ਦੀ ਕਰਕੇ ਬਲੂ ਸਟਾਰ ਕਰਾਇਆ। ਉਦੋਂ ਬਾਅਦ ਤੁਹਾਡੀਆਂ ਸਰਕਾਰਾਂ ਰਹੀਆਂ, ਤੁਸੀਂ ਮੈਨੂੰ ਆਪ ਜੇਲ੍ਹ ਦੇ ਵਿੱਚ ਇੰਨੀ ਵਾਰੀ ਦਿੱਤਾ। ਸੁਖਬੀਰ ਸਿੰਘ ਜੀ ਰਾਤ ਦੇ 2 ਵਜੇ ਮੇਰੇ ਘਰ ਅੰਮ੍ਰਿਤਸਰ ਮੈਨੂੰ ਬਿਸਤਰੇ ਤੋਂ ਉਠਾ ਕੇ ਤਕੜੇ ਸਿਪਾਹੀ ਜਿਨ੍ਹਾਂ ਦੇ ਮੂੰਹ ਦੇ ਵਿੱਚੋਂ ਸ਼ਰਾਬ ਦੀ ਬੋ ਆਈ ਸੀ, ਮੈਨੂੰ ਚੱਕ ਕੇ ਲੈ ਗਏ। ਤੁਸੀਂ ਦੱਸੋ ਕਿ ਮੈਂ ਤੁਹਾਡਾ ਕਦੇ ਕੀਤਾ ਕੀ ਹੈ, ਕੀ ਨੁਕਸਾਨ ਕੀਤਾ ਕਿ ਤੁਸੀਂ ਸਿਰਫ ਉਸ ਬੰਦੇ ਦੇ ਵੈਰ ਪਏ ਹੋਏ ਹੋ ਜਿਸ ਨੇ ਸਾਰੀ ਜ਼ਿੰਦਗੀ ਪੰਥ ਦੀ ਸੇਵਾ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੋਚ ਨੂੰ ਅੱਗੇ ਲੈ ਕੇ ਮੈਂ ਜਾ ਰਿਹਾ ਹਾਂ। ਤੇ ਮੇਰੇ ਕੋਲੇ ਕੋਈ ਗਨਮੈਨ ਨਹੀਂ ਹੈ, ਤੁਹਾਡੇ ਕੋਲੇ SP ਰੈਂਕ ਦਾ ਅਫਸਰ ਹੈ, ਤੁਹਾਡੇ ਕੋਲੇ ਸੈਂਟਰ ਦੀ ਸਿਕਿਉਰਿਟੀ ਹੈ। ਤਾਂ ਮੇਰਾ ਕਹਿਣ ਦਾ ਮਤਲਬ ਇਹ ਸਾਰਾ ਕੁਝ ਹੀ ਹੈ ਨਾ, ਕਿਉਂ ਕਰਕੇ ਤੁਸੀਂ ਪੰਥਕ ਹੈ ਨਹੀਂ ਗਏ ਤੇ ਤੁਸੀਂ ਪੰਥ ਦੇ ਖਿਲਾਫ ਕੰਮ ਕੀਤੇ ਹੈਗੇ ਹੈ। ਕਿਸਾਨਾਂ ਦੇ ਵੀ ਜਿਹੜੇ ਕਾਨੂੰਨ ਸੀਗੇ ਉਹ ਵੀ ਮੋਦੀ ਦੇ ਨਾਲ ਤੁਸੀਂ ਸਹਿਮਤ ਹੋ ਕੇ ਪਾਰਲੀਮੈਂਟ ਦੇ ਵਿੱਚ ਉਹਦੇ ਹੱਕ ਦੇ ਵਿੱਚ ਵੋਟਾਂ ਪਾਈਆਂ। ਤੁਸੀਂ ਸਾਰਾ ਕੁਝ ਕੀਤਾ ਹੈਗਾ ਤੇ ਮੈਨੂੰ ਭੰਡਣ ਦਾ ਪ੍ਰੋਗਰਾਮ ਇੱਕ ਤੁਹਾਡਾ ਬਣ ਚੁੱਕਿਆ। ਹੁਣ ਪਾਪਾ ਜੀ ਦੀ ਸੇਵਾ ਕਰੋ, ਜਿਨ੍ਹਾਂ ਨੇ ਤੁਹਾਨੂੰ ਸਾਰਾ ਕੁਝ, ਤੁਸੀਂ ਲਾਇਕ ਹੈ ਨਹੀਂ ਸੀਗੇ ਇਸ ਅਹੁਦੇ ਦੇ, ਛੱਤ ਪਾੜ ਕੇ ਸਾਰਾ ਕੁਝ ਤੁਹਾਨੂੰ ਸੰਭਾਲਤਾ। ਸੀਨੀਅਰ ਲੀਡਰਸ ਢੀਂਡਸਾ ਸਾਹਿਬ ਸੀ, ਭੁੰਦੜ ਸਾਹਿਬ ਸੀ, ਹੋਰ ਵੀ ਸੀਗੇ, ਉਹਨਾਂ ਦੇ ਹੱਥ ਤੱਕ ਕਮਾਂਡ ਆਪਣੀ ਬਾਦਲ ਦਲ ਦਾ ਨਹੀਂ ਦਿੱਤਾ। ਤੁਸੀਂ ਟੈਣੇ ਦੇ ਬੰਦੇ ਹੈਗੇ ਹੋ, ਤੁਹਾਡਾ ਕੱਦ ਛੋਟਾ ਹੈ, ਤੁਹਾਡਾ ਮੋਟਾ ਢਿੱਡ ਹੋ ਗਿਆ ਤੇ ਮੇਰਾ ਮਤਲਬ ਦਿਮਾਗ ਦੇ ਵਿੱਚ ਤੁਹਾਡਾ ਕੁਛ ਗ੍ਰੇ ਮੈਟਰ ਹੈ ਨਹੀਂ। ਤੁਸੀਂ ਚੰਗੇ ਸਕੂਲ 'ਚ ਪੜ੍ਹੇ ਹੋ, ਫਿਰ ਪਾਪਾ ਜੀ ਨੇ ਤੁਹਾਨੂੰ ਅਮਰੀਕਾ ਭੇਜਿਆ, ਉੱਥੋਂ ਮੌਜ ਮੇਲਾ ਕਰਕੇ ਆ ਗਏ ਹੋ। ਕੋਈ ਤੁਹਾਡੇ ਕੋਲ ਡਿਗਰੀ ਹੈ ਨਹੀਂ ਗੀ, ਪਰ ਇੱਕੋ ਹੀ ਨੁਕਤਾ ਤੁਹਾਨੂੰ
ਕਿ ਸਿਮਰਨਜੀਤ ਸਿੰਘ ਮਾਨ ਨੂੰ ਲੰਬਰਦਾਰੀ ਨਹੀਂ ਦੇਣੀ ਪਿੰਡ ਦੀ, ਤੇ ਸਾਰਾ ਪਿੰਡ ਮਰ ਜੇ ਪਰ ਸਿਮਰਨਜੀਤ ਸਿੰਘ ਮਾਨ ਨੂੰ ਲੰਬਰਦਾਰੀ ਨਹੀਂ ਦੇਣੀ। ਹੁਣ ਦੱਸੋ ਆਹ ਕੋਈ ਸਿਆਸਤ ਹੈ? ਸਾਡੇ ਸਿਰ ਦੇ ਉੱਤੇ ਕਾਂਗਰਸ ਹੈ, ਬੀਜੇਪੀ ਹੈ, ਆਮ ਆਦਮੀ ਪਾਰਟੀ ਹੈ, ਹਿੰਦੂਤਵਾ ਹੈਗੀ ਹੈ, RSS ਹੈ, ਜਿਹੜਾ ਸਾਨੂੰ ਹੜੱਪ ਸਾਡੇ ਮਜ਼ਹਬ ਨੂੰ ਕਰਨਾ ਚਾਹੁੰਦੇ ਹੈ। ਮੁਸਲਮਾਨਾਂ ਦੇ ਉੱਤੇ ਕਿੰਨਾ ਅਟੈਕ ਹੋ ਰਿਹਾ ਹੈ, ਉਹਨਾਂ ਦੇ ਘਰਾਂ ਦੇ ਉੱਤੇ ਬੁਲਡੋਜ਼ਰ ਫੇਰੀ ਜਾ ਰਹੇ ਹੈ। ਕਸ਼ਮੀਰ ਦੇ ਵਿੱਚ ਰੋਜ਼ 8-10 ਮੁਸਲਮਾਨ ਫੌਜ ਮੌਤ ਦੇ ਘਾਟ ਉਤਾਰ ਦਿੰਦੀ ਹੈ। ਇਹਨਾਂ ਦੀ ਬਬਰੀ ਮਸਜਿਦ ਢਾਹ ਕੇ ਰਾਮ ਮੰਦਿਰ ਬਣਾਤਾ ਹੈ। ਤੁਸੀਂ ਉਸ ਵੇਲੇ ਪਾਰਲੀਮੈਂਟ ਦੇ ਵਿੱਚ ਸੀਗੇ, ਗੋਗੋਈ ਸਾਹਿਬ ਨੂੰ ਪਾਰਲੀਮੈਂਟ ਦਾ ਮੈਂਬਰ ਬਣਾਤਾ, ਜਿਨ੍ਹਾਂ ਨੇ ਬਤੌਰ ਚੀਫ ਜਸਟਿਸ ਹੁੰਦਿਆਂ ਮੁਸਲਮਾਨਾਂ ਦੀ ਬਬਰੀ ਮਸਜਿਦ ਦਾ ਫੈਸਲਾ ਕਰਤਾ ਕਿ ਹਿੰਦੂਆਂ ਦਾ ਮੰਦਿਰ ਹੈ। ਤੁਸੀਂ ਕਦੇ ਵੀ ਕਿਸੇ ਘੱਟ ਗਿਣਤੀ ਦੇ ਲਈ ਖੜੇ ਨਹੀਂ ਹੁੰਦੇ, ਨਾ ਤੁਸੀਂ ਸਿੱਖਾਂ ਦੇ ਲਈ ਖੜੇ ਹੁੰਦੇ ਹੋ। ਕਿਹਦੇ ਲਈ ਖੜੇ ਹੁੰਦੇ ਹੋ ਸਾਨੂੰ ਦੱਸੋ ਤਾਂ ਸਹੀ। ਮੇਰਾ ਕਹਿਣ ਦਾ ਮਤਲਬ ਹੈ ਘਰ ਹੀ ਪੂਰਾ ਕਰੀ ਜਾਣਾ, ਹੋਟਲ ਬਣਾਈ ਜਾਣੇ, ਪ੍ਰਾਪਰਟੀ ਬਣਾਈ ਜਾਣੀ। ਮੇਰਾ ਮਤਲਬ ਅੱਗੇ ਜਾ ਕੇ ਕੀ ਤੁਸੀਂ ਲੇਖਾ ਦੋਗੇ ਰੱਬ ਨੂੰ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ? ਤੁਹਾਡੇ ਪਾਪਾ ਜੀ, ਉਹਨਾਂ ਦੀ ਛਾਤੀ ਦੇ ਵਿੱਚ ਬਹੁਤ ਭਾਰੀ ਨੁਕਸ ਹੈ, ਉਹਨਾਂ ਨੂੰ ਸਾਹ ਬਹੁਤ ਮੁਸ਼ਕਲ ਆਉਂਦਾ ਹੈ, ਤੇ ਤੁਸੀਂ ਪਾਪਾ ਜੀ ਦੀ ਸੇਵਾ ਕਰੋ, ਉੱਥੇ ਜਾ ਕੇ ਲੱਤਾਂ ਕੁੱਟੋ। ਕਿਉਂ ਕਰਕੇ ਜਿਹੜਾ ਬਾਪ ਹੁੰਦਾ ਹੈ ਬਾਦਲ ਸਾਹਿਬ ਵਰਗਾ, ਜਦੋਂ ਉਹ ਆਪਣਾ ਇਕਲੌਤਾ ਪੁੱਤ ਦੇਖਦਾ ਤਾਂ ਮੈਂ ਹੁਣ ਕਹਿਣਾ ਤਾਂ ਨਹੀਂ ਚਾਹੁੰਦਾ, ਇਹੋ ਜਿਹੀਆਂ ਸ਼ਖਸੀਅਤਾਂ ਦੇ ਛਾਤੀ ਦੇ ਵਿੱਚ ਵੀ ਦੁੱਧ ਭਰਿਆ ਹੁੰਦਾ ਹੈ ਜਦੋਂ ਆਪਣੇ ਇਕਲੌਤੇ ਬੇਟੇ ਨੂੰ ਦੇਖਦੇ ਆ। ਜਾਓ ਜਾ ਕੇ ਹਸਪੀਟਲ ਉਹਨਾਂ ਦੀ ਸੇਵਾ ਕਰੋ, ਲੱਤਾਂ ਕੁੱਟੋ। ਕਿਉਂ ਮੇਰੇ ਮਗਰ ਪਏ ਹੋਏ ਹੋ? ਮੈਂ ਤਾਂ ਚੱਲੀ ਜਾਣਾ। ਅੱਛਾ ਜੇ ਮੈਂ ਹਾਰ ਵੀ ਗਿਆ ਫਿਰ ਮੈਨੂੰ ਤਾਂ ਕੋਈ ਫਰਕ ਨਹੀਂ ਪੈਣਾ ਹੈਗਾ। ਉਹ ਤਾਂ ਸਿੱਖ ਕੌਮ ਦੀ ਜਿਹੜੀ ਸੋਚ ਹੈ ਉਹਨੂੰ ਫਰਕ ਪਊਗਾ, ਮੈਨੂੰ ਕੀ ਫਰਕ ਹੈ? ਅਗਲਾ ਇਲੈਕਸ਼ਨ ਆਊਗਾ ਮੈਂ ਫੇਰ ਹਾਜ਼ਰ ਹੋਊਂਗਾ ਸਿੱਖ ਕੌਮ ਦੇ ਲਈ। ਮੈਂ ਤਾਂ ਲੜੀ ਜਾਣਾ ਸਿੱਖ ਕੌਮ ਦੇ ਲਈ। ਤੁਸੀਂ ਹਮੇਸ਼ਾ ਹੀ ਇਹ ਮੇਰੇ ਮਗਰ ਪਏ ਰਹੋਗੇ? ਨਹੀਂ, ਹੁਣ ਤੁਸੀਂ ਬਾਪੂ ਜੀ ਦੀ ਸੇਵਾ ਕਰੋ, ਉਹਨਾਂ ਦੇ ਚਰਨਾਂ ਦੇ ਵਿੱਚ ਬੈਠੋ ਜਾ ਕੇ, ਉਹਨਾਂ ਦੀ ਛਾਤੀ ਦੇ ਵਿੱਚ ਤੁਹਾਨੂੰ ਦੇਖ ਕੇ ਦੇਖੋ ਮੁਸਕਰਾਉਣਗੇ, ਉਹਨਾਂ ਦੀ ਛਾਤੀ ਦੇ ਵਿੱਚ ਦੁੱਧ ਆ ਜਾਊਗਾ ਤੇ ਕਿੰਨੀ ਖੁਸ਼ੀ ਹੋਊਗੀ। ਹੁਣ ਮੇਰੀ ਮਗਰ ਨਾ ਪਾਓ, ਬਾਪੂ ਜੀ ਦੀ ਸੇਵਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।